ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਅੱਜ ਦੇ ਬੁਲੇਟਿਨ ਵਿੱਚ ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਮੈਨੀਟੋਬਾ ਵਿੱਚ 50 ਤੇ ਕਿਊਬੈਕ ਵਿੱਚ 10 ਤੱਕ ਬੰਦਿਆਂ ਦਾ ਇਕੱਠ ਕਰਨ ਦੀ ਦਿੱਤੀ ਜਾ ਰਹੀ ਹੈ ਛੋਟ। ਦੱਸਾਂਗੇ ਕੀ ਨੇ ਸ਼ਰਤਾਂ। ਐਲਬਰਟਾ ਦੇ ਬਰੂਕਸ ਵਿੱਚ JBS ਸਲੌਟਰ ਹਾਊਸ 'ਚ ਮੁੜ ਕੀਤਾ ਗਿਆ ਕੰਮ 'ਚ ਵਾਧਾ। ਕਾਮਿਆਂ 'ਚ ਕਰੋਨਾ ਵਾਇਰਸ ਫੈਲਣ ਕਰਕੇ ਬਹੁਤ ਘਟ ਗਿਆ ਸੀ ਕੰਮ। ਕੈਨੇਡਾ ਪੋਸਟ ਨੇ ਦਿੱਤੀ ਜਾਣਕਾਰੀ, ਆਨਲਾਈਨ ਵਰਤੋਂ ਵਿੱਚ ਵਾਧਾ ਹੋਣ ਕਾਰਨ ਲੱਖਾਂ ਡਾਲਰ ਦਾ ਪਿਆ ਘਾਟਾ। ਜੌਨਸਨ ਐਂਡ ਜੌਨਸਨਸ ਵੱਲੋਂ ਐਲਾਨ, ਕੈਨੇਡਾ ਤੇ ਅਮਰੀਕਾ ਵਿੱਚ ਟੈਲਕ ਵਾਲੇ ਬੇਬੀ ਪਾਊਡਰ ਨਹੀਂ ਵੇਚੇ ਜਾਣਗੇ, ਦੱਸੇ ਕਈ ਕਾਰਨ। ਐਲਬਰਟਾ ਸਰਕਾਰ ਨੇ ਬਾਹਰੋਂ ਆਉਣ ਵਾਲਿਆਂ ਦੇ ਲਈ ਕਈ ਹਦਾਇਤਾਂ ਕੀਤੀਆਂ ਜਾਰੀ, ਨਾਲ ਹੀ ਦੱਸਾਂਗੇ ਕਿਵੇਂ ਕੀਤੀ ਜਾਵੇਗੀ ਸਕਰੀਨਿੰਗ। ਹਸਪਤਾਲਾਂ 'ਚ ਕੀਟਾਣੂ ਮਾਰਨ ਲਈ ਰੋਬੋਟ ਹੁਣ ਕਰਨਗੇ ਕੰਮ। ICU ਸਮੇਤ ਹੋਰ ਥਾਵਾਂ ਤੇ ਸਫਾਈ ਲਈ ਨਿਊ ਵੈਸਟ ਦੇ ਰਾਇਲ ਕੋਲੰਬੀਅਨ ਹਸਪਤਾਲ 'ਚ ਲਿਆਂਦੇ ਜਾ ਰਹੇ ਨੇ 2 ਰੋਬੋਟ। ਕੈਨੇਡਾ ਵਿੱਚ ਵਪਾਰੀਆਂ ਦੇ ਲਈ ਬਿਜ਼ਨਸ ਦੇ ਕਿਰਾਏ ਲਈ ਮਦਦ 25 ਮਈ ਤੋਂ ਲਈਆਂ ਜਾਣਗੀਆਂ ਅਰਜ਼ੀਆਂ, 75% ਤੱਕ ਮਿਲੇਗੀ ਮਦਦ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 600 ਬੇਕਰਾਂ ਨੂੰ ਦਿੱਤੀ ਸਿਰ ਤੇ ਛੱਤ। ਕੈਨੇਡਾ ਵਿੱਚ ਬਰਫ਼ ਘਟਣ ਸੰਬੰਧੀ ਇੱਕ ਰਿਪੋਰਟ ਜਾਰੀ, ਦੱਸਾਂਗੇ ਕੈਨੇਡਾ ਦੇ ਵਾਤਾਵਰਣ ਵਿਭਾਗ ਤੋਂ ਵਿਗਿਆਨੀਆਂ ਨੇ ਕੀ ਦਿੱਤੀ ਜਾਣਕਾਰੀ। ਟਰਾਂਸ ਮਾਊਂਟੇਨ ਪਾਈਪਲਾਈਨ ਦੇ ਵਿਰੋਧ ਵਿੱਚ ਇੱਕ ਟਰੱਕ ਨੂੰ ਲਗਾਈ ਗਈ ਅੱਗ, ਪੁਲਿਸ ਕਰ ਰਹੀ ਹੈ ਜਾਂਚ। ਦੱਸਾਂਗੇ ਕੈਨੇਡਾ ਭਰ ਦੇ ਵਿੱਚ ਹੁਣ ਹੋ ਗਏ ਨੇ ਕਰੋਨਾ ਵਾਇਰਸ ਦੇ ਕਿੰਨੇ ਮਰੀਜ਼ ਤੇ ਹਰ ਸੂਬੇ ਤੋਂ ਕੀ ਨੇ ਅੰਕੜੇ। ਇਸ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਵੱਖੋ ਵੱਖਰੇ ਸੂਬੇ ਦੇ ਵਿੱਚ ਵੱਖੋ ਵੱਖਰੇ ਪੜਾਵਾਂ ਦੇ ਤਹਿਤ ਆਰਥਿਕਤਾ ਨੂੰ ਖੋਲ੍ਹਣ ਦੇ ਫੈਸਲੇ ਲੈ ਰਹੇ ਨੇ। ਹੁਣ ਤੁਹਾਨੂੰ ਦੱਸਾਂਗੇ ਕਿ ਮੈਨੀਟੋਬਾ ਤੇ ਕਿਊਬੈਕ ਦੇ ਵੱਲੋਂ ਕੀ ਫੈਸਲੇ ਲਏ ਗਏ ਨੇ। ਦੋਵਾਂ ਥਾਵਾਂ ਦੇ ਉੱਤੇ ਇਕੱਠ ਕਰਨ ਸੰਬੰਧੀ ਕੁਝ ਐਲਾਨ ਕੀਤੇ ਗਏ ਨੇ, ਜਿੱਥੇ ਮੈਨੀਟੋਬਾ ਵਿੱਚ ਤਾਂ 50 ਤੱਕ ਦਾ ਇਕੱਠ ਕਰਨ ਦੀ ਇਜਾਜ਼ਤ ਸ਼ੁੱਕਰਵਾਰ ਤੋਂ ਦਿੱਤੀ ਜਾ ਰਹੀ ਹੈ ਤੇ ਕਿਊਬੈਕ ਦੇ ਵਿੱਚ ਇਹ ਇਜਾਜ਼ਤ 10 ਤੱਕ ਦਾ ਇਕੱਠ ਕਰਨ ਦੀ ਦਿੱਤੀ ਜਾ ਰਹੀ ਹੈ, ਉਹ ਵੀ ਬਾਹਰ। ਪਰ ਮੈਨੀਟੋਬਾ ਵਿੱਚ ਇੱਕ ਕਮਰੇ ਦੇ ਅੰਦਰ ਵੀ 25 ਵਿਅਕਤੀਆਂ ਤੱਕ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਮੈਨੀਟੋਬਾ ਵਿੱਚ ਵੱਖੋ ਵੱਖਰੇ ਪੜਾਵਾਂ ਤਹਿਤ ਸੂਬੇ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਤੇ ਇਸੇ ਸੰਬੰਧੀ ਚੀਫ ਮੈਡੀਕਲ ਆਫਿਸਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਸ਼ੁੱਕਰਵਾਰ ਤੋਂ ਮੈਨੀਟੋਬਾ ਵਿੱਚ ਇੱਕ ਵੱਡੇ ਕਮਰੇ ਦੇ ਅੰਦਰ 25 ਵਿਅਕਤੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਬਾਹਰ 50 ਤੱਕ ਬੰਦਿਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਸ਼ੁੱਕਰਵਾਰ ਤੋਂ ਯਾਨੀ ਕਿ ਵੀਕਐਂਡ ਦੇ ਉੱਤੇ 25 ਅੰਦਰ ਤੇ 50 ਤੱਕ ਬਾਹਰ ਵਿਅਕਤੀ ਇਕੱਠੇ ਹੋ ਸਕਦੇ ਨੇ। ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਪੜਾਅ 2 ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ, ਜਿਸ ਦੇ ਬਾਰੇ ਡਾਕਟਰ ਬ੍ਰੈਂਟ ਰੋਸਨ ਨੇ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਵਿਅਕਤੀ ਇਜਾਜ਼ਤ ਮੁਤਾਬਕ ਇਕੱਠੇ ਹੋਣਗੇ, ਉਹਨਾਂ ਦੇ ਵੱਲੋਂ ਬਾਰ-ਬਾਰ ਹੱਥ ਧੋਣ ਦਾ ਧਿਆਨ ਰੱਖਿਆ ਜਾਵੇ ਤੇ ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਥੋੜਾ ਜਿਹਾ ਵੀ ਬਿਮਾਰ ਮਹਿਸੂਸ ਕਰਦਾ ਹੈ ਤਾਂ ਉਹ ਉੱਥੇ ਨਾ ਆਵੇ ਕਿਸੇ ਦੇ ਵੀ ਨੇੜੇ ਤੇ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਰੱਖੇ। ਇੱਥੇ ਜ਼ਿਕਰਯੋਗ ਹੈ ਕਿ COVID-19 ਨਾਲ ਸੰਬੰਧੀ ਬੁੱਧਵਾਰ ਨੂੰ ਵੀ ਮੈਨੀਟੋਬਾ ਵਿੱਚ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਤਾਂ ਦੂਜੇ ਪਾਸੇ ਕਿਊਬੈਕ ਦੇ ਵਿੱਚ ਵੀ ਸ਼ੁੱਕਰਵਾਰ ਤੋਂ ਕੁਝ ਅਜਿਹੀ ਹੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿੱਥੇ ਕਿਹਾ ਗਿਆ ਕਿ ਬਾਹਰਲੀਆਂ ਥਾਵਾਂ ਦੇ ਉੱਤੇ ਘਰ ਤੋਂ ਬਾਹਰ ਹੋਣ ਜਿਹੜੀਆਂ 10 ਤੱਕ ਵਿਅਕਤੀ ਇਕੱਠੇ ਹੋ ਸਕਦੇ ਨੇ, 10 ਤੋਂ ਜ਼ਿਆਦਾ ਨਹੀਂ ਇਕੱਠੇ ਹੋ ਸਕਦੇ, ਜੋ ਕਿ ਇੱਕ ਗਰੁੱਪ ਵਿੱਚ ਬੈਠ ਸਕਦੇ ਨੇ ਤੇ ਵੀਕਐਂਡਸ ਦੇ ਉੱਤੇ ਪਾਰਕਾਂ ਵਿੱਚ ਜਾ ਕੇ ਵਿਅਕਤੀ ਵੀਕਐਂਡ ਦਾ ਆਨੰਦ ਮਾਣ ਸਕਦੇ ਨੇ। ਇਸ ਸੰਬੰਧੀ ਪ੍ਰੋਵਿੰਸ ਦੇ ਡਿਪਟੀ ਪ੍ਰੀਮੀਅਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਿਊਬੈਕ ਦੇ ਵਿੱਚ ਜਿੱਥੇ ਹੁਣ ਤੱਕ ਸਭ ਤੋਂ ਜ਼ਿਆਦਾ COVID-19 ਦੇ ਮਾਮਲੇ ਸਾਹਮਣੇ ਆ ਰਹੇ ਸਨ, ਉੱਥੇ ਵੀ ਹੁਣ ਮਾਮਲਿਆਂ ਦੀ ਗਿਣਤੀ ਵੱਡੇ ਪੱਧਰ ਦੇ ਉੱਤੇ ਘਟ ਗਈ ਹੈ, ਜਿੱਥੇ ਕਿ COVID-19 ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਤੇ ਉਧਰ ਐਲਬਰਟਾ 'ਚ JBS ਕੰਪਨੀ ਦੇ ਅੰਦਰ ਹੁਣ ਤੱਕ ਕਰੋਨਾ ਵਾਇਰਸ ਫੈਲਣ ਕਰਕੇ ਸਭ ਤੋਂ ਜ਼ਿਆਦਾ ਕਾਮਿਆਂ ਨੂੰ ਕਰੋਨਾ ਵਾਇਰਸ ਹੋਣ ਦੇ ਮਾਮਲੇ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਯੂਨੀਅਨ ਨੇ ਵਿਰੋਧ ਕੀਤਾ ਸੀ ਕਿ ਹਜੇ ਕੰਪਨੀ ਨੂੰ ਨਾ ਖੋਲ੍ਹਿਆ ਜਾਵੇ। ਪਰ ਉਸ ਤੋਂ ਬਾਅਦ ਕੰਪਨੀ ਨੂੰ ਖੋਲ੍ਹਿਆ ਵੀ ਗਿਆ, ਜਿੱਥੇ ਇੱਕ ਸ਼ਿਫਟ ਹੁਣ ਤੱਕ ਸ਼ੁਰੂ ਕੀਤੀ ਗਈ ਸੀ, ਪਰ ਕੱਲ੍ਹ ਤੋਂ ਉੱਥੇ ਹੁਣ 2 ਸ਼ਿਫਟਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਐਲਬਰਟਾ ਵਿੱਚ ਬਰੂਕਸ ਦੇ ਕੋਲ JBS ਸਲੌਟਰ ਹਾਊਸ ਦੇ ਵਿੱਚ ਮੁੜ ਤੋਂ ਕਾਮਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ, ਜਿੱਥੇ ਕਿ 2 ਸ਼ਿਫਟਾਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵੀਰਵਾਰ ਸਵੇਰ ਤੋਂ 2 ਸ਼ਿਫਟਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਸ ਸੰਬੰਧੀ ਐਲਾਨ ਕੰਪਨੀ ਦੇ ਵੱਲੋਂ ਕੀਤਾ ਗਿਆ ਹੈ, ਜਿੱਥੇ COVID-19 ਦੇ ਕਰਕੇ ਹੁਣ ਤੱਕ 600 ਤੋਂ ਵੀ ਵੱਧ ਕਾਮਿਆਂ ਨੂੰ ਕਰੋਨਾ ਵਾਇਰਸ ਹੋ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਵੀ ਹੋ ਗਈ ਤੇ 11 ਮਾਮਲੇ ਅਜਿਹੇ ਨੇ ਜਿਸ ਦੇ ਵਿੱਚ ਕਾਮਿਆਂ ਨੂੰ ਹਜੇ ਵੀ ਕਰੋਨਾ ਵਾਇਰਸ ਹੈਗਾ ਤੇ ਉਹ ਵੱਖਰੇ ਤੌਰ ਦੇ ਉੱਤੇ ਰਹਿ ਰਹੇ ਨੇ।
ਪਰ ਇਸ ਦੌਰਾਨ ਕੰਪਨੀ ਨੇ ਕਿਹਾ ਕਿ ਕੋਵਿਡ-19 ਸੰਬੰਧੀ ਹਦਾਇਤਾਂ ਨੂੰ ਦੇਖਦੇ ਹੋਏ ਪੂਰੀ ਤਰ੍ਹਾਂ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ JBS ਫੂਡਸ ਕੈਨੇਡਾ ਦੇ ਵੱਲੋਂ ਨਵੇਂ ਕਦਮ ਚੁੱਕੇ ਗਏ ਨੇ, ਜਿੱਥੇ ਕਿ 650 ਮਾਮਲੇ ਕੋਰੋਨਾ ਵਾਇਰਸ ਦੇ ਕਾਮਿਆਂ ਦਰਮਿਆਨ ਸਾਹਮਣੇ ਆਏ ਤੇ ਅੱਗੇ ਕਾਮਿਆਂ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਹੋਣ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਪੋਸਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਪਿਛਲੇ ਸਾਲ ਦੇ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕਈ ਮਿਲੀਅਨ ਡਾਲਰ ਦਾ ਘਾਟਾ ਕੈਨੇਡਾ ਪੋਸਟ ਨੂੰ ਪਿਆ ਤੇ ਅੱਗੇ ਇਸ ਘਾਟੇ ਦੇ ਪੈਣ ਦੀ ਸੰਕੇਤ ਵੀ ਮਿਲ ਰਹੇ ਨੇ, ਕਿਉਂਕਿ ਆਨਲਾਈਨ ਬਹੁਤ ਜ਼ਿਆਦਾ ਚੀਜ਼ਾਂ ਦੀ ਵਰਤੋਂ ਹੋ ਰਹੀ ਹੈ, ਚਿੱਠੀਆਂ ਵੀ ਲੋਕ ਘੱਟ ਭੇਜਦੇ ਨੇ ਤੇ ਇਸ ਦੇ ਨਾਲ ਹੀ ਜਿਹੜੇ ਅਦਾਰਿਆਂ ਦੇ ਵੱਲੋਂ ਮੇਲ ਭੇਜੀ ਜਾਂਦੀ ਸੀ ਉਹਨਾਂ ਨੂੰ ਵੀ ਈਮੇਲ ਦੇ ਜ਼ਰੀਏ ਸੰਪਰਕ ਕਰਨ ਵਿੱਚ ਲੋਕ ਜ਼ਿਆਦਾ ਵਧੀਆ ਸਮਝਦੇ ਨੇ, ਜਿਸ ਕਰਕੇ ਕੈਨੇਡਾ ਪੋਸਟ ਨੂੰ ਵੱਡਾ ਘਾਟਾ ਪਿਆ, ਜਿਸ ਦੀ ਜਾਣਕਾਰੀ ਦਿੱਤੀ ਗਈ ਹੈ। ਜੌਨਸਨ ਐਂਡ ਜੌਨਸਨ ਕੰਪਨੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਮੇਂ-ਸਮੇਂ ਉੱਤੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਕਈ ਕੇਸ ਵੀ ਪਏ ਤੇ ਅਮਰੀਕਾ ਕੈਨੇਡਾ ਵਿੱਚ ਖਾਸ ਤੌਰ ਦੇ ਉੱਤੇ ਲੋਕਾਂ ਦਰਮਿਆਨ ਕੰਪਨੀ ਦੇ ਟੈਲਕ ਪਾਊਡਰ, ਜੋ ਕਿ ਬੱਚਿਆਂ ਦੇ ਵਾਸਤੇ ਬੇਬੀ ਪਾਊਡਰ ਹੈ, ਉਸ ਦੇ ਉੱਤੇ ਭਰੋਸਾ ਉੱਠ ਗਿਆ ਤੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਦੇ ਪ੍ਰੋਡਕਟ ਦੀ ਵਿਕਰੀ ਬਹੁਤ ਜ਼ਿਆਦਾ ਘਟ ਗਈ ਤੇ ਹੁਣ ਫੈਸਲਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਵਿੱਚ ਟੈਲਕ ਬੇਬੀ ਪਾਊਡਰ ਜੌਨਸਨ ਐਂਡ ਜੌਨਸਨ ਦੇ ਵੱਲੋਂ ਵੇਚਿਆ ਹੀ ਨਹੀਂ ਜਾਵੇਗਾ। ਜੌਨਸਨ ਐਂਡ ਜੌਨਸਨ ਕੰਪਨੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਕੈਨੇਡਾ ਤੇ ਅਮਰੀਕਾ ਵਿੱਚ ਟੈਲਕ ਬੇਸਡ ਪਾਊਡਰ ਨਹੀਂ ਵੇਚਣਗੇ, ਜੋ ਕਿ ਬੇਬੀ ਪਾਊਡਰ ਹੈ। ਇਸ ਸੰਬੰਧੀ ਰੋਕ ਲਗਾ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਪਿਛਲੇ ਕੁਝ ਸਮੇਂ ਦਰਮਿਆਨ ਬੱਚਿਆਂ ਦੇ ਵਾਸਤੇ ਇਸ ਪਾਊਡਰ ਦੀ ਮੰਗ ਬਹੁਤ ਜ਼ਿਆਦਾ ਘਟੀ ਹੈ, ਜਿਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਕਈ ਵਿਅਕਤੀਆਂ ਦੇ ਵੱਲੋਂ ਕੰਪਨੀ ਦੇ ਉੱਤੇ ਕੇਸ ਪਾਏ ਗਏ ਕਿ ਇਸ ਪਾਊਡਰ ਦੇ ਕਰਕੇ ਕੈਂਸਰ ਹੁੰਦਾ ਹੈ, ਜਿਸ ਸੰਬੰਧੀ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦਾ ਅਸਰ ਉਹਨਾਂ ਦੀ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਪਿਆ ਹੈ। ਜੌਨਸਨ ਐਂਡ ਜੌਨਸਨ ਕੰਪਨੀ ਨੂੰ 19,400 ਅਜਿਹੇ ਕੇਸਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਦੇ ਟੈਲਕਮ ਪਾਊਡਰ ਕਰਕੇ ਖਾਸ ਤੌਰ ਦੇ ਉੱਤੇ ਔਰਤਾਂ ਨੂੰ ਕੈਂਸਰ ਹੋਇਆ, ਜਿਸ ਤੋਂ ਬਾਅਦ ਕੰਪਨੀ ਨੇ ਵੀ ਦਾਅਵਾ ਕੀਤਾ ਹੈ ਕਿ ਲੋਕਾਂ ਦੇ ਦਰਮਿਆਨ ਇਹ ਗਲਤਫਹਿਮੀ ਫੈਲ ਗਈ ਹੈ ਕਿ ਉਹਨਾਂ ਦੇ ਟੈਲਕ ਪਾਊਡਰ ਦੇ ਨਾਲ ਅਜਿਹੀ ਕੋਈ ਬਿਮਾਰੀ ਲੱਗਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਮੈਡੀਕਲ ਰਿਸਰਚ ਟੈਲਕ ਦੇ ਉੱਤੇ ਹੋ ਚੁੱਕੀ ਹੈ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਟੈਲਕ ਦੇ ਕਰਕੇ ਕਦੀ ਵੀ ਕੈਂਸਰ ਨਹੀਂ ਹੁੰਦਾ, ਜੋ ਕਿ ਵਰਤੋਂ ਦੇ ਵਾਸਤੇ ਸੁਰੱਖਿਅਤ ਹੈ। ਉਧਰ ਅਲਬਰਟਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਸਕਰੀਨਿੰਗ ਦੇ ਚੈੱਕ ਪੁਆਇੰਟ ਬਣਾਏ ਜਾ ਰਹੇ ਨੇ, ਜੋ ਬਾਹਰਲੇ ਮੁਲਕਾਂ ਤੋਂ ਕੈਨੇਡਾ 'ਚ ਆਉਂਦੇ ਨੇ ਤੇ ਅਲਬਰਟਾ ਏਅਰਪੋਰਟ ਦੇ ਉੱਤੇ ਜਾਂ ਫਿਰ ਅਮਰੀਕਾ ਤੋਂ ਬਾਈ ਰੋਡ ਆਉਂਦੇ ਨੇ, ਉਹਨਾਂ ਦੀ ਜਾਂਚ ਦੇ ਵਾਸਤੇ ਚੈੱਕ ਪੁਆਇੰਟਸ ਦੇ ਉੱਤੇ ਸਕਰੀਨਿੰਗ ਕੀਤੀ ਜਾਵੇਗੀ। ਅਲਬਰਟਾ ਸਰਕਾਰ ਨੇ ਚੈੱਕ ਪੁਆਇੰਟ ਬਣਾ ਦਿੱਤੇ ਨੇ 2 ਇੰਟਰਨੈਸ਼ਨਲ ਏਅਰਪੋਰਟਸ ਦੇ ਉੱਤੇ, ਜਿੱਥੇ ਕਿ ਜਿੰਨੇ ਵੀ ਕੈਨੇਡਾ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਵਿਅਕਤੀ ਆ ਰਹੇ ਨੇ, ਉੱਥੇ ਉਹਨਾਂ ਦੇ ਕੋਵਿਡ-19 ਸੰਬੰਧੀ ਲੱਛਣਾਂ ਦੀ ਜਾਂਚ ਹੋਵੇਗੀ। ਪ੍ਰੀਮੀਅਰ ਜੇਸਨ ਕੇਨੀ ਨੇ ਜਾਣਕਾਰੀ ਦਿੰਦੇ ਹੋਏ ਐਲਾਨ ਕੀਤਾ ਕਿ ਜਿੰਨੇ ਵੀ ਵਿਅਕਤੀ ਕੈਨੇਡਾ ਦੇ ਬਾਹਰੋਂ ਇੱਥੇ ਆ ਰਹੇ ਨੇ ਤੇ ਅਲਬਰਟਾ ਵਿੱਚ 2 ਇੰਟਰਨੈਸ਼ਨਲ ਏਅਰਪੋਰਟਸ ਦੇ ਉੱਤੇ ਜਿੱਥੇ ਵੀ ਉਹ ਪਹੁੰਚਦੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਬੁਖਾਰ ਦੇ ਸੰਬੰਧੀ ਚੈੱਕ ਕੀਤਾ ਜਾਵੇਗਾ ਤੇ ਨਾਲ ਹੀ ਹੋਰ ਜਾਂਚ ਹੋਵੇਗੀ ਤੇ ਫਿਰ ਸੂਬੇ ਦੇ ਸਿਹਤ ਅਧਿਕਾਰੀ ਉਹਨਾਂ ਤੋਂ ਕਈ ਸਵਾਲ ਪੁੱਛਣਗੇ, ਜਿਸ ਦੇ ਵਿੱਚ ਉਹਨਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ 14 ਦਿਨ ਲਈ ਵੱਖਰੇ ਤੌਰ ਦੇ ਉੱਤੇ ਰਹਿਣ ਦੇ ਲਈ ਕੀ ਵਸੀਲਾ ਕਰ ਰਹੇ ਨੇ, ਜਿਸ ਦੇ ਵਿੱਚ ਉਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਪਵੇਗੀ ਕਿ ਉਹ 14 ਦਿਨ ਲਈ ਕਿੱਥੇ ਰਹਿਣਗੇ ਤੇ ਉੱਥੇ ਪਹੁੰਚਣ ਵਾਸਤੇ ਉਹ ਕਿਵੇਂ ਜਾਣਗੇ। ਨਾਲ ਹੀ ਜੇਸਨ ਕੇਨੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਵੀ ਯਾਤਰੀ ਏਅਰਪੋਰਟ ਦੇ ਉੱਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਉਹ 14 ਦਿਨ ਵਾਸਤੇ ਕਿੱਥੇ ਰਹਿਣਗੇ ਤੇ ਵੱਖਰੇ ਤੌਰ ਦੇ ਉੱਤੇ ਉਹਨਾਂ ਨੇ ਆਪਣਾ ਕੋਈ ਇੰਤਜ਼ਾਮ ਨਹੀਂ ਕੀਤਾ ਹੋਇਆ ਕਿ ਕਿਸ ਤਰ੍ਹਾਂ ਉਸ ਥਾਂ ਦੇ ਉੱਤੇ ਪਹੁੰਚਣਗੇ, ਤਾਂ ਨਾਲ ਹੀ ਉਹਨਾਂ ਨੂੰ ਸਰਕਾਰ ਦੇ ਵੱਲੋਂ ਨਿੱਜੀ ਟਰਾਂਸਪੋਰਟ ਮੁਹੱਈਆ ਕਰਵਾਈ ਜਾਵੇਗੀ ਤੇ ਨਾਲ ਹੀ ਜੇਕਰ ਉਹਨਾਂ ਦੇ ਕੋਲ ਵੱਖਰੇ ਤੌਰ ਦੇ ਉੱਤੇ ਰਹਿਣ ਲਈ ਥਾਂ ਨਹੀਂ ਹੋਵੇਗੀ ਤਾਂ ਉਹਨਾਂ ਨੂੰ ਵੱਖਰੇ ਤੌਰ ਤੇ ਰੱਖਣ ਵਾਸਤੇ ਥਾਂ ਮੁਹੱਈਆ ਕਰਵਾਈ ਜਾਵੇਗੀ। ਜਿਸ ਦੇ ਬਾਰੇ ਇਹ ਵੀ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਏਅਰਪੋਰਟਸ ਤੋਂ ਬਾਅਦ ਹੁਣ ਸਕਰੀਨਿੰਗ ਦੇ ਚੈੱਕ ਪੁਆਇੰਟ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਵੀ ਲਗਾਏ ਜਾਣਗੇ, ਜਿਸ ਦੇ ਵਿੱਚ ਅਲਬਰਟਾ ਦੇ ਸਿਹਤ ਅਧਿਕਾਰੀ ਸੂਬੇ ਵਿੱਚ ਆਉਣ ਵਾਲੇ ਹਰ ਵਿਅਕਤੀ ਦੇ ਉੱਤੇ ਨਜ਼ਰ ਰੱਖਣਗੇ, ਫਿਰ ਬੇਸ਼ੱਕ ਉਹ ਹਵਾਈ ਸਫ਼ਰ ਦੇ ਜ਼ਰੀਏ ਆਵੇ ਜਾਂ ਫਿਰ ਵਾਹਨ ਦੇ ਜ਼ਰੀਏ। ਦੋਵੇਂ ਤਰ੍ਹਾਂ ਦੇ ਯਾਤਰੀਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਕੈਲਗਰੀ ਤੇ ਐਡਮੰਟਨ ਵਿੱਚ ਜਿਹੜੇ ਚੈੱਕ ਪੁਆਇੰਟ ਬਣਾਏ ਗਏ ਨੇ, ਉੱਥੇ ਬੁੱਧਵਾਰ ਤੋਂ ਕੰਮ ਤਾਂ ਸ਼ੁਰੂ ਹੋ ਗਿਆ ਹੈ, ਪਰ ਉੱਥੇ ਹਜੇ ਬੁਖਾਰ ਚੈੱਕ ਕਰਨ ਦੇ ਵਾਸਤੇ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ, ਜਿੱਥੇ ਸਿਰਫ ਅਧਿਕਾਰੀਆਂ ਦੇ ਵੱਲੋਂ ਸਵਾਲ ਜਵਾਬ ਦਾ ਸਿਲਸਿਲਾ ਹੀ ਸ਼ੁਰੂ ਕੀਤਾ ਗਿਆ ਹੈ। International travel obviously played a key role in the spread of the novel coronavirus. We live in a world of unprecedented mobility. More people have greater access to international travel than at any time in human history.
And almost everywhere that the virus took hold, the initial cases mainly involved international travelers. Countries that most successfully avoided severe outbreaks, like South Korea, Singapore, and Taiwan, closed their borders from COVID-19 hotspots weeks before Canada did, months in some cases. As late as mid-March, when the number of reported cases globally was surging to over 100,000, with hundreds of Canadians and dozens in Alberta, hundreds in Canada, I should say, and dozens in this province, federal border and airport security protocols remained lax. On March the 16th, I visited the Edmonton International Airport to see for myself and immediately directed Alberta government officials to bolster screening and information of international travelers arriving at our airports. I want to thank the Government of Canada for subsequently improving airport screening and isolation protocols and shutting down illegal border crossings. But given that airports and border crossings remain a high-risk vector for transmission, and at the same time a crucial part of the infrastructure we need to get our economy moving, we need to do more. We need to do more, especially as we move towards relaunch. Although international travel has declined drastically, there are currently about 400 people a week arriving at our airports from outside the country, mainly at the Calgary International Airport. That's why today I'm announcing several new measures to strengthen protections at our international airports against the spread of COVID-19. These phased-in actions build on the order issued by the Chief Medical Officer of Health on March 25th, under which international travelers are legally required to self-isolate for 14 days upon arrival. In the first phase, effective immediately, international travelers arriving at the Calgary or Edmonton International Airports will be required to pass through a provincial checkpoint where they will undergo a thermal temperature screen and provide a detailed self-isolation plan. This will occur after travelers have cleared customs and COVID-19 screening by the Canada Border Services Agency. ਵੱਖੋ-ਵੱਖਰੇ ਹਸਪਤਾਲਾਂ ਵਿੱਚ ਕੋਵਿਡ-19 ਨਾਲ ਸੰਬੰਧਿਤ ਕੀਟਾਣੂਆਂ ਨੂੰ ਮਾਰਨ ਦੇ ਲਈ ਬਾਰ-ਬਾਰ ਸਫਾਈ ਕਰਨ ਨੂੰ ਲੈ ਕੇ ਕਈ ਚੁਣੌਤੀਆਂ ਆ ਰਹੀਆਂ ਸਨ ਤੇ ਨਿਊ ਵੈਸਟਮਿੰਸਟਰ ਵਿੱਚ ਰਾਇਲ ਕੈਨੇਡੀਅਨ ਹਸਪਤਾਲ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਜਿੱਥੇ ਕਿ ਇੱਕ ਰੋਬੋਟ ਦੇ ਵਾਸਤੇ ਉਸ ਹਸਪਤਾਲ ਦੀ ਫਾਊਂਡੇਸ਼ਨ ਨੇ ਹੀ ਪੈਸੇ ਦਿੱਤੇ ਨੇ ਜਿੱਥੇ 2 ਰੋਬੋਟ ਹੁਣ ਕੰਮ ਕਰਨਗੇ ਤੇ ਦੋਵੇਂ ਰੋਬੋਟਸ ਦੇ ਵੱਲੋਂ ਚੰਗੀ ਤਰ੍ਹਾਂ ਸਫਾਈ ਕੀਤੀ ਜਾਇਆ ਕਰੇਗੀ ਤੇ ਰੋਬੋਟ ਚੰਗੀ ਤਰ੍ਹਾਂ ਸੈਨੀਟਾਈਜ਼ ਕਰਿਆ ਕਰਨਗੇ ਚਾਹੇ ICU ਹੋਵੇ ਚਾਹੇ ਉਹ ਕਿਹੜੀ ਵੀ ਥਾਂ ਹੋਵੇ ਜਿੱਥੇ ਮਰੀਜ਼ ਇੱਕ ਵਾਰ ਜਾ ਕੇ ਆਉਂਦਾ ਹੈ ਤੇ ਉਸ ਥਾਂ ਨੂੰ ਮੁੜ ਤੋਂ ਅਗਲੇ ਮਰੀਜ਼ ਵਾਸਤੇ ਸੁਰੱਖਿਅਤ ਬਣਾਉਣ ਵਾਸਤੇ ਰੋਬੋਟਸ ਦੇ ਵੱਲੋਂ ਸਫਾਈ ਕੀਤੀ ਜਾਵੇਗੀ ਕਿਉਂਕਿ ਆਮ ਵਿਅਕਤੀਆਂ ਦੇ ਵਾਸਤੇ ਇੰਨੀ ਜ਼ਿਆਦਾ ਚੰਗੀ ਤਰ੍ਹਾਂ ਸਫਾਈ ਕਰਨੀ ਇੱਥੇ ਮੰਨਿਆ ਜਾ ਰਿਹਾ ਸੀ ਵੱਡੀ ਚੁਣੌਤੀ ਹੈ ਕਿ ਇੱਕ ਚੀਜ਼ ਦੀ ਤੇ ਰੋਬੋਟ ਕਾਫੀ ਜ਼ਿਆਦਾ ਚੰਗੀ ਤਰ੍ਹਾਂ ਸਫਾਈ ਕਰਨਗੇ ਤੇ 2 ਰੋਬੋਟ ਨਿਊ ਵੈਸਟਮਿੰਸਟਰ ਦੇ ਵਿੱਚ ਹਸਪਤਾਲ 'ਚ ਹੁਣ ਕੰਮ ਕਰਨਗੇ। ਅਗਲੀ ਖਬਰ ਹੈ ਕਿ ਕੈਨੇਡਾ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ 25 ਮਈ ਤੋਂ ਕਮਰਸ਼ੀਅਲ ਪ੍ਰਾਪਰਟੀਜ਼ ਦੇ ਵਾਸਤੇ ਕਿਰਾਏ 'ਚ ਜੋ ਮਦਦ ਦਿੱਤੀ ਜਾ ਰਹੀ ਹੈ ਉਸ ਮਦਦ ਲਈ ਅਰਜ਼ੀਆਂ ਨੂੰ ਖੋਲ੍ਹਿਆ ਜਾ ਰਿਹਾ ਹੈ। ਦਰਅਸਲ ਇਹ ਮਦਦ ਕੁਝ ਇਸ ਤਰ੍ਹਾਂ ਹੋਵੇਗੀ ਕਿ ਜਿਹੜੇ ਮਾਲਕ ਨੇ ਉਹਨਾਂ ਪ੍ਰਾਪਰਟੀਜ਼ ਦੇ ਉਹਨਾਂ ਨੂੰ 75% ਤੱਕ ਕਿਰਾਏ 'ਚ ਮਦਦ ਮਿਲੇਗੀ ਤਾਂ ਕਿ ਜਿਹੜੇ ਬਿਜ਼ਨੈਸਿਸ ਇਸ ਵਕਤ ਕੋਵਿਡ-19 ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਕਿਰਾਏ ਦਾ ਬੋਝ ਜ਼ਿਆਦਾ ਨਾ ਸਹਿਣਾ ਪਵੇ ਤੇ ਆਪਣੇ ਕਾਮਿਆਂ ਨੂੰ ਵੀ ਉਹ ਨਾ ਕੱਢਣ ਤੇ ਇਸ ਸੰਬੰਧੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਸ ਦੇ ਬਾਰੇ ਐਲਾਨ ਕੀਤਾ। Whether you work at the restaurant around the corner or at an office downtown, your job is how you support yourself and your family. And no matter what you do, no matter how many other people your workplace employs, we need to protect that. In addition to our support for small businesses, we've also brought in help for companies of every size. Last week, we launched the Large Employer Emergency Financing Facility to provide bridge loans for the country's largest employers. As of today, applications for this financing are open. These loans will be delivered through the Canada Development Investment Corporation in cooperation with Innovation, Science and Economic Development Canada and the Department of Finance. Our priority is that this program be fair and effective. Loans will be designed with a clear goal: protecting jobs and helping our economy rebound.
Businesses can go online to cdev.gc.ca for more information on the application process. But I want to be clear. We are not offering companies a bailout. We are making loans available so that they can weather this storm and continue to employ millions of hardworking Canadians. No matter who you are or where you live, we're here to support you. So I want to end this morning by reminding parents that when you receive your Canada Child Benefit payment today, it will include an extra $300 per child. This is money to help you through this very tough time. ਉਧਰ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਬੇਘਰਾਂ ਨੂੰ ਸਿਰ ਤੇ ਛੱਤ ਦੇਣ ਵਾਸਤੇ ਉਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤੇ ਅੱਜ 600 ਬੇਘਰਾਂ ਨੂੰ ਸਿਰ ਦੇ ਉੱਤੇ ਛੱਤ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਬੁੱਧਵਾਰ ਤੱਕ 600 ਬੇਘਰਾਂ ਨੂੰ ਸਿਰ ਤੇ ਛੱਤ ਦੇ ਦਿੱਤੀ ਹੈ। ਵੈਨਕੂਵਰ ਤੇ ਵਿਕਟੋਰੀਆ ਵਿੱਚ ਵੱਖੋ ਵੱਖਰੀਆਂ ਪਾਰਕਾਂ 'ਚ ਕੈਂਪ ਲਗਾ ਕੇ ਜੋ ਬੇਘਰ ਰਹਿ ਰਹੇ ਸਨ ਉਹਨਾਂ ਨੂੰ ਹੋਟਲ ਜਾਂ ਫਿਰ ਵੱਖੋ ਵੱਖਰੀਆਂ ਜਿਹੀਆਂ ਥਾਵਾਂ ਦੇ ਉੱਤੇ ਭੇਜ ਦਿੱਤਾ ਗਿਆ ਜਿੱਥੇ ਉਹ ਸੁਰੱਖਿਅਤ ਰਹਿ ਸਕਦੇ ਨੇ ਤੇ ਉਹਨਾਂ ਨੂੰ ਕਮਰੇ ਦੇ ਦਿੱਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਸੋਸ਼ਲ ਡਿਵੈਲਪਮੈਂਟ ਐਂਡ ਪੋਵਰਟੀ ਰਿਡਕਸ਼ਨ ਮਿਨਿਸਟਰ ਸ਼ੇਨ ਸੰਪਸਨ ਦੇ ਵੱਲੋਂ ਦਿੱਤੀ ਗਈ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਮਿਨਿਸਟਰ ਨੇ, ਜਿਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੈਨਕੂਵਰ ਦੀ ਇੱਕ ਪਾਰਕ ਤੇ ਨਾਲ ਹੀ ਵਿਕਟੋਰੀਆ ਦੀਆਂ 2 ਪਾਰਕਸ ਦੇ ਵਿੱਚੋਂ ਬੇਘਰਾਂ ਨੂੰ ਹਟਾ ਦਿੱਤਾ ਗਿਆ ਜਿਨ੍ਹਾਂ ਨੂੰ ਵੱਖਰੇ ਤੌਰ ਦੇ ਉੱਤੇ ਕੋਵਿਡ-19 ਤੋਂ ਬਚਾ ਕੇ ਰੱਖਣ ਵਾਸਤੇ ਖਾਸ ਕਰ ਰੱਖਿਆ ਗਿਆ। ਇਸ ਤਰ੍ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਆਰਜ਼ੀ ਤੌਰ ਦੇ ਉੱਤੇ ਉਹਨਾਂ ਨੂੰ ਵੱਖਰੇ ਤੌਰ ਤੇ ਰੱਖਿਆ ਗਿਆ ਹੈ, ਹਜੇ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕਰਨਾ ਬਾਕੀ ਹੈ। ਇਸ ਸੰਬੰਧੀ BC ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਫੀ ਲੰਬੇ ਚਿਰ ਤੋਂ ਉਹ ਇਸ ਦੇ ਉੱਤੇ ਕੰਮ ਕਰ ਰਹੇ ਸਨ ਤੇ ਜਿਹੜੀਆਂ ਪਾਰਕਾਂ ਵਿੱਚ ਬੇਘਰ ਕੈਂਪ ਲਗਾ ਕੇ ਰਹਿ ਰਹੇ ਸਨ ਉਹਨਾਂ ਪਾਰਕਾਂ ਨੂੰ ਹੁਣ ਸਹੀ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ ਵਿਗਿਆਨੀਆਂ ਦੀ ਉਸ ਰਿਸਰਚ ਦੇ ਉੱਤੇ ਆਧਾਰਿਤ ਹੈ ਜੋ ਕਿ 15 ਸਾਲ ਤੋਂ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਹਰ ਸਾਲ ਕੈਨੇਡਾ ਦੇ ਦਰਮਿਆਨ ਬਰਫ਼ ਘਟ ਰਹੀ ਹੈ ਤੇ ਇਹ ਹੁਣ ਦਾ ਨਹੀਂ ਸਗੋਂ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ। ਇਨਵਾਇਰਨਮੈਂਟ ਕੈਨੇਡਾ ਦੇ ਵੱਲੋਂ ਖਾਸ ਤੌਰ ਤੇ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਕੈਨੇਡਾ ਦੇ ਅੰਦਰ ਜਿਵੇਂ ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ ਉਸੇ ਤਰ੍ਹਾਂ ਬਰਫ਼ ਪੈਣੀ ਵੀ ਘਟ ਰਹੀ ਹੈ। ਇਸ ਸੰਬੰਧੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ। ਵਿਗਿਆਨੀਆਂ ਦੇ ਵੱਲੋਂ 15 ਸਾਲ ਇਸ ਦੇ ਉੱਤੇ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 1980 ਤੋਂ ਬਾਅਦ ਹੁਣ ਤੱਕ ਕੈਨੇਡਾ ਤੇ ਉੱਤਰੀ ਅਮਰੀਕਾ ਵਿੱਚ ਬਰਫ਼ ਦੇ ਘਟਣ ਦਾ ਰੇਟ ਔਸਤਨ 46 ਗੀਗਾਟਨਸ ਤੱਕ ਹੈ ਤੇ ਹਰ 10 ਸਾਲ ਬਾਅਦ ਇੰਨੀ ਬਰਫ਼ ਪੈਣੀ ਘਟ ਜਾਂਦੀ ਹੈ। ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਮੌਸਮ 'ਚ ਆ ਰਹੀਆਂ ਤਬਦੀਲੀਆਂ ਇਸ ਦੇ ਪਿੱਛੇ ਕਾਰਨ ਨੇ ਕਿ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਬਰਫ਼ ਪੂਰਾ ਸਾਲ ਪੈਂਦੀ ਸੀ ਪਰ ਸਾਲ ਵਿੱਚ ਕੁਝ ਮਹੀਨੇ ਹੀ ਉੱਥੇ ਰਹਿ ਗਏ ਨੇ ਕਿ ਬਰਫ਼ ਪੈਂਦੀ ਹੈ। ਜਿੱਥੇ ਕੁਝ ਮਹੀਨੇ ਪੈਂਦੀ ਸੀ ਉੱਥੇ ਉਸ ਦੇ ਨਾਲੋਂ ਵੀ ਸਮਾਂ ਘਟ ਗਿਆ ਤੇ ਇਸ ਦੇ ਨਾਲ ਸਿਰਫ ਇਹੀ ਨਹੀਂ ਕਿ ਕੁਝ ਥਾਵਾਂ ਦੇ ਉੱਤੇ ਬਰਫ਼ ਪੈਣੀ ਘਟ ਗਈ ਹੈ ਸਗੋਂ ਜਿੱਥੇ ਪਹਿਲਾਂ ਤੋਂ ਹਮੇਸ਼ਾ ਦੇ ਵਾਸਤੇ ਬਰਫ਼ ਰਹਿੰਦੀ ਸੀ ਉੱਥੇ ਵੀ ਬਰਫ਼ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟ ਗਈ ਹੈ। ਇਸ ਸੰਬੰਧੀ ਅੰਦਾਜ਼ਨ ਦੱਸਿਆ ਗਿਆ ਹੈ ਕਿ ਹਰ 10 ਸਾਲ ਬਾਅਦ ਜਿੰਨੀ ਬਰਫ਼ ਘਟਦੀ ਹੈ ਉਸ ਦੀ ਤੁਲਨਾ 18.4 ਮਿਲੀਅਨ ਓਲੰਪਿਕ ਸਾਈਜ਼ ਦੇ ਸਵਿਮਿੰਗ ਪੂਲਸ ਦੇ ਵਿੱਚ ਜੇਕਰ ਪਿਘਲਾ ਕੇ ਬਰਫ਼ ਦਾ ਪਾਣੀ ਭਰਿਆ ਜਾਵੇ ਉਸ ਦੇ ਨਾਲ ਕੀਤੀ ਗਈ ਹੈ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਬਰਫ਼ ਦੇ ਰੂਪ ਵਿੱਚ ਪਾਣੀ ਹੇਠਾਂ ਗਿਰਦਾ ਸੀ ਤਾਂ ਉੱਥੇ ਹੁਣ ਮੀਂਹ ਪੈਣ ਲੱਗ ਪਿਆ। ਜਿਵੇਂ ਕਿ ਕੁਝ ਲੋਕਾਂ ਵੱਲੋਂ ਜੋ ਵਾਤਾਵਰਣ ਪ੍ਰੇਮੀ ਨੇ ਟਰਾਂਸ ਮਾਊਂਟੇਨ ਪ੍ਰੋਜੈਕਟ ਦਾ ਜੋ ਪਾਈਪਲਾਈਨ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਵਿਰੋਧ ਤੇ ਚੱਲਦਿਆਂ ਇੱਕ ਕੰਮ ਵਾਲੀ ਥਾਂ ਦੇ ਉੱਤੇ ਜਿੱਥੇ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ ਟਰੱਕ ਨੂੰ ਅੱਗ ਲਾਈ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਟਰਾਂਸ ਮਾਊਂਟੇਨ ਪਾਈਪਲਾਈਨ ਨੂੰ ਅੱਗੇ ਵਧਾਉਣ ਦਾ ਜੋ ਕੰਮ ਚੱਲ ਰਿਹਾ ਹੈ ਉਸ ਦੇ ਵਿੱਚ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਵਾਲੀ ਥਾਂ ਸੀ ਉੱਥੇ ਇੱਕ ਟਰੱਕ ਨੂੰ ਕੁਝ ਵਿਅਕਤੀਆਂ ਵੱਲੋਂ ਅੱਗ ਲਗਾ ਦਿੱਤੀ ਗਈ। ਦਰਅਸਲ ਲੌਂਗ ਵੀਕਐਂਡ ਦੇ ਲਈ ਸਾਰੇ ਕੰਮੇ ਗਏ ਹੋਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦੇ ਆਉਂਦੇ ਨੂੰ ਕੰਮ ਵਾਲੀ ਥਾਂ ਦੇ ਉੱਤੇ ਟਰੱਕ ਨੂੰ ਅੱਗ ਲਗਾਈ ਪਈ ਸੀ ਜਿਸ ਦੇ ਨਾਲ ਟਰੱਕ ਪੂਰੀ ਤਰ੍ਹਾਂ ਖਤਮ ਹੋ ਗਿਆ। ਪਹਿਲੀ ਤਸਵੀਰ ਵੀ ਟਰੱਕ ਦੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਪੀਟਰਬਿਲਟ ਰੋਪ ਟਰੱਕ ਹੈ ਜਿਸ ਦੇ ਉੱਤੇ ਤਾਰ ਲਪੇਟੀ ਹੋਈ ਸੀ ਤੇ ਬਾਅਦ ਵਿੱਚ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਕਿ ਅੱਗ ਨਾਲ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ। RCMP ਨੇ ਇਹ ਤਸਵੀਰਾਂ ਜਾਰੀ ਕੀਤੀਆਂ ਨੇ ਜਿਸ ਨੂੰ ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਵਿਅਕਤੀਆਂ ਦੇ ਵੱਲੋਂ ਅਜਿਹਾ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਕੁਝ ਦਿਨ ਤੋਂ ਖੇਤਰ ਦੇ ਵਿੱਚ ਕੁਝ ਵਿਅਕਤੀ ਕੈਂਪ ਲਗਾ ਕੇ ਵੀ ਬੈਠੇ ਸਨ ਜੋ ਕਿ
ਪਾਈਪਲਾਈਨ ਦੇ ਪੈਣ ਦਾ ਵਿਰੋਧ ਕਰ ਰਹੇ ਨੇ। ਕਿੰਗਵੈਲ ਤੇ ਐਸਪਨ ਗਰੋਵ ਦੇ ਦਰਮਿਆਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਵਾਪਰਿਆ, ਜਿਸ ਸੰਬੰਧੀ ਆਰਸੀਐਮਪੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਨੇ। ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਉਸ ਨੂੰ ਜਾਣਕਾਰੀ ਸਾਂਝੀ ਕਰਨ ਦੇ ਵਾਸਤੇ ਵੀ ਕਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਐਡਮੰਟਨ ਤੋਂ ਵੈਨਕੂਵਰ ਖੇਤਰ ਤੱਕ ਕੱਚਾ ਤੇਲ ਪਹੁੰਚਾਇਆ ਜਾਵੇਗਾ। ਕੈਨੇਡਾ ਭਰ ਵਿੱਚ ਲੋਕਾਂ ਨੂੰ ਮਾਸਕ ਪਾਉਣ ਦੇ ਵਾਸਤੇ ਕਹਿ ਦਿੱਤਾ ਗਿਆ। ਜੇਕਰ ਉਹ ਪਬਲਿਕ ਥਾਵਾਂ ਦੇ ਉੱਤੇ ਜਾਂਦੇ ਨੇ ਜਿੱਥੇ 2 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਸੰਭਵ ਨਹੀਂ ਜਾਪਦੀ, ਉੱਥੇ ਸਭ ਨੂੰ ਮਾਸਕ ਪਾਉਣ ਦੇ ਲਈ ਕਿਹਾ ਹੈ। ਕੈਨੇਡਾ ਦੇ ਹੈਲਥ ਆਫਿਸਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਡਾਕਟਰ ਥੈਰੇਸਾ ਟੈਮ ਦੇ ਵੱਲੋਂ ਜਦੋਂ ਇਸ ਦਾ ਐਲਾਨ ਕੀਤਾ ਗਿਆ ਤਾਂ ਕਿਹਾ ਗਿਆ ਕਿ ਜਿਹੜਾ ਮਾਸਕ ਹੈ ਉਹ ਦੂਜਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਵੀ ਬਹੁਤ ਜ਼ਿਆਦਾ ਕੰਮ ਆਉਂਦਾ ਹੈ, ਜਿਸ ਦੇ ਕਰਕੇ ਸਾਰੇ ਕੈਨੇਡੀਅਨਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਦੋਂ ਵੀ ਬਾਹਰ ਜਾਣ, ਖਾਸ ਤੌਰ ਤੇ ਪਬਲਿਕ ਥਾਵਾਂ ਦੇ ਉੱਤੇ ਮਾਸਕ ਪਾ ਕੇ ਜ਼ਰੂਰ ਜਾਣ, ਜਿਸ ਦੇ ਬਾਰੇ ਅੱਜ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੀਤਾ ਸੀ। ਤੇ ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ ਵੀ ਟ੍ਰਾਂਜ਼ਿਟ ਸੇਵਾ ਜਿਹੜੀ ਟਰਾਂਸਪੋਰਟ ਦੇ ਵਿੱਚ ਜਿਹੜੇ ਵੀ ਯਾਤਰੀ ਨੇ ਉਹਨਾਂ ਨੂੰ ਮਾਸਕ ਪਾਉਣ ਦੇ ਲਈ ਕਹਿ ਦਿੱਤਾ ਗਿਆ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਵੀ ਇਸ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਕਿਹਾ ਕਿ ਲਾਜ਼ਮੀ ਤੌਰ ਦੇ ਉੱਤੇ ਇਸ ਦਾ ਆਪਣੇ ਵੱਲੋਂ ਤਾਂ ਐਲਾਨ ਨਹੀਂ ਕਰਦੇ, ਪਰ ਇਸ ਸੰਬੰਧੀ ਜਿਹੜੇ ਹੈਲਥ ਆਫਿਸਰ ਜੋ ਕੈਨੇਡਾ ਦੀ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਉਹਨਾਂ ਗੱਲਾਂ ਨੂੰ ਅਪਣਾ ਲਿਆ ਜਾਵੇ ਤੇ ਜੋ ਜਾਣਕਾਰੀ ਉਸ ਦੇ ਵੱਲੋਂ ਦਿੱਤੀ ਗਈ ਹੈ ਉਸ ਆਧਾਰ ਦੇ ਉੱਤੇ ਹੀ ਲੋਕਾਂ ਦੇ ਵੱਲੋਂ ਮਾਸਕ ਪਾਉਣੇ ਸ਼ੁਰੂ ਕਰ ਦਿੱਤੇ ਜਾਣ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਸੰਬੰਧੀ ਅੰਕੜੇ ਕਿੰਨੇ ਹੋ ਗਏ ਨੇ ਤੇ ਹਰ ਸੂਬੇ ਤੋਂ ਅੰਕੜੇ। ਤਾਜ਼ਾ ਅੰਕੜਿਆਂ ਦੇ ਮੁਤਾਬਕ ਕੈਨੇਡਾ ਭਰ ਵਿੱਚ ਹੁਣ ਤੱਕ 80,131 ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ। 6,031 ਮੌਤਾਂ ਹੋਈਆਂ ਨੇ ਤੇ 40,799 ਵਿਅਕਤੀ ਇਸ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਗਏ ਨੇ। ਐਲਬਰਟਾ ਤੋਂ 6735 ਮਾਮਲੇ ਸਾਹਮਣੇ ਆਏ, 128 ਮੌਤਾਂ ਹੋਈਆਂ। ਬ੍ਰਿਟਿਸ਼ ਕੋਲੰਬੀਆ ਤੋਂ 2467 ਮਾਮਲੇ ਸਾਹਮਣੇ ਆਏ, 149 ਮੌਤਾਂ ਹੋਈਆਂ। ਮੈਨੀਟੋਬਾ ਤੋਂ 290 ਮਾਮਲੇ ਸਾਹਮਣੇ ਆਏ, 7 ਮੌਤਾਂ ਹੋਈਆਂ। ਨਿਊ ਬ੍ਰਸਵਿਕ ਤੋਂ 120 ਮਾਮਲੇ ਸਾਹਮਣੇ ਆਏ। ਨਿਊਫਾਊਂਡਲੈਂਡ ਤੋਂ 260 ਮਾਮਲੇ ਸਾਹਮਣੇ ਆਏ, 3 ਮੌਤਾਂ ਹੋਈਆਂ। ਨੋਵਾ ਸਕੋਸ਼ੀਆ ਤੋਂ 1045 ਮਾਮਲੇ ਸਾਹਮਣੇ ਆਏ, 57 ਮੌਤਾਂ ਹੋਈਆਂ। ਓਨਟਾਰੀਓ ਤੋਂ 23,774 ਮਾਮਲੇ ਸਾਹਮਣੇ ਆਏ, 2,067 ਮੌਤਾਂ ਹੋਈਆਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 44,775 ਮਾਮਲੇ ਸਾਹਮਣੇ ਆਏ, 3718 ਮੌਤਾਂ ਹੋਈਆਂ। ਸਸਕੈਚੁਅਨ ਤੋਂ 620 ਮਾਮਲੇ ਸਾਹਮਣੇ ਆਏ, 7 ਮੌਤਾਂ ਹੋਈਆਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ। ਜੀ ਇੱਥੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਮਾਮਲੇ ਨੇ ਜੋ ਬਹੁਤ ਘੱਟ ਵੀ ਸਾਹਮਣੇ ਆਏ ਨੇ ਤੇ ਨਾਲ ਹੀ ਕਈ ਸੂਬਿਆਂ ਦੇ ਵਿੱਚ ਬਦਲਾਅ ਜੋ ਪਿਛਲੇ 3-4 ਦਿਨ ਤੋਂ ਨਹੀਂ ਹੋ ਰਿਹਾ, ਜਿੱਥੇ ਚੰਗੀ ਉਮੀਦ ਦੀ ਕਿਰਨ ਬੱਝੀ ਹੈ ਕਿ ਹੁਣ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਨਹੀਂ ਆ ਰਹੇ। ਇਸ ਤਰ੍ਹਾਂ ਲਈ ਮੈਨੂੰ ਪੁਨੀਤ ਕਰਨ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।